अहमद रजा नाम गिरे तब तक दी भूख हमेशा तो रही है, लेकिन इसके अंदर कई बन बदे गए, ये भी असीं जानते हैं। अज तीजी इंटरनेशनल पंजाबी कांफ्रेंस के मौके पर दो गल्लां मैं करांगा। एक वो कि पंजाबी की करते रहे, ते दूसरी साइड पे पंजाबियों की गल क्यों नहीं मनते। पंजाबी हमेशा 47 तो बाद पाकिस्तान के अंदर अपनी कोशिशें करते हैं। 1954 डॉक्टर फकीर मोहम्मद ने लैलपुर के उस वेले कांफ्रेंस कराई और उस कांफ्रेंस की डिमांड सिर्फ और सिर्फ ये सी कि पंजाबी बोली स्कूलों में पढ़ाया जाए। उस तो बाद एक लंबी रो चलती है, एक लंबी लहर है जी शफकत तरीन मिर्जा हुआ तक आती है। आसिफ खान उन्होंने नाम उस दर्दना नाम है जो पंजाबी को लैके अगे चलते क्यों लैके चलते वजह ऐसी कि लोगों की बोली सी। पंजाब ने जो सफर किया है, पंजाबी तहजीब ने जो सफर किया है, इसकी उम्र हज़ार साल और लोग सियाणप इस तहजीब के चुड़ चुड़ के बैठ जाती है। असी अगर कहिए कि इस पंजाब ने की कुछ पैदा किया है तो साढ़े सामने असी बड़े फखर ना कह सकते हैं कि पंजाब ने बुल्ले शाह पैदा किया है, पंजाब ने नानक पैदा किया है, पंजाब ने सुल्तान बाहू पैदा किया है। तो पंजाब की अगर देखिए तो एक लंबी लड़ी है जरखेज दिमागा की, लेकिन की करिए असी कि वो खाजा फरीद तो बाद मुकदी हुई सर नजर आती है, उत्थे एक टक्का लग जाता है। और अगर असी देखिए तो उत्थे इस बोली ते जिहड़ी पाबंदी लाई जाती है गोरे वाली ਜਿਹੜਾ ਨਿਸਾਬ ਦੇ ਅੰਦਰ ਨਹੀਂ ਹੈ, ਪੰਜਾਬੀ ਦੀ ਬਣਾਉਤਰੀ ਵਾਸਤੇ ਕੰਮ ਨਹੀਂ ਹੋ ਸਕਦਾ। ਉਸ ਤੋਂ ਬਾਅਦ ਹੁਣ ਤੱਕ ਦੀ 6ਵੀਂ ਨਸਲ ਹੈ ਪੰਜਾਬੀ ਦੀ ਬੋਲੀ। ਔਰ ਅੱਜ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬੀ ਕਿਉਂ ਪੜਾਈ ਜਾਵੇ, ਪੰਜਾਬੀ ਦੇ ਨਾਲ ਕੀ ਕੋਈ ਰੋਜ਼ਗਾਰ ਆਏਗਾ। ਸਰ ਰੋਜ਼ਗਾਰ ਤੇ ਆਏਗਾ ਅਗਰ ਪੰਜਾਬੀ ਸਹੀ ਮਾਨੀ ਤੁਸੀਂ ਪੜਾ ਦਿਓਗੇ ਤੇ ਰੋਜ਼ਗਾਰ ਵੀ ਆਏਗਾ। ਇਨਸਾਨ ਪੂਰਾ ਬਣ ਜਾਵੇ ਤੇ ਇਨਸਾਨ ਆਪਣੀ ਰੋਜ਼ੀ ਰੋਟੀ ਲਈ 100 ਰਾਹਾਂ ਪੈਦਾ ਕਰਦਾ ਹੈ। ਇੱਥੇ ਤੇ ਪੰਜਾਬੀ ਜਿਹੜੇ ਹੈ ਉਹਨਾਂ ਵਿੱਚ ਪੂਰਾ ਇਨਸਾਨ ਨਹੀਂ ਬਣ ਸਕਦਾ। ਅੱਜ ਇੱਥੇ ਬੈਠੇ ਹੋਇਆ ਇੱਥੇ ਖੜੇ ਹੋਇਆ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਮੌਕੇ ਤੇ ਮੈਂ ਉਹਨਾਂ ਸਾਰੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਜਿਹੜੇ ਸਵਾਲ ਦੇ ਨਾਲ ਖੜੇ। ਪੰਜਾਬੀ ਸਵਾਲ ਬਹੁਤ ਮੁਸ਼ਕਲ ਸਵਾਲ ਰਿਹਾ ਹੈ ਇਸ ਵੇਲੇ ਤੱਕ ਹੈ, ਲੇਕਿਨ ਅੱਜ ਇਸ ਦੀ ਇੱਕ ਸ਼ਕਲ ਬਣਦੀ ਨਜ਼ਰ ਸਾਨੂੰ ਆ ਰਹੀ ਹੈ। ਜਦੋਂ ਰਾਣਾ ਸਿਕੰਦਰ ਹਯਾਤ ਸਾਹਿਬ ਦੇ ਲੋਕ, ਜਦੋਂ ਸੀਐਮ ਪੰਜਾਬ ਦੇ ਲੋਕ ਇਹ ਪੰਜਾਬੀ ਦੀ ਗੱਲ ਕਰ ਰਹੇ, ਗੱਲ ਹੋਏਗੀ ਤੇ ਗੱਲ ਦਾ ਹੱਲ ਨਿਕਲੇਗਾ। ਅਸੀਂ ਸ਼ੁਕਰਗੁਜ਼ਾਰ ਹਾਂ ਪੰਜਾਬ ਸਰਕਾਰ ਦੇ, ਔਰ ਪੰਜਾਬ ਸਰਕਾਰ ਦੇ ਅਸੀਂ ਸ਼ੁਕਰਗੁਜ਼ਾਰ ਇਸ ਬੁਨਿਆਦ ਤੇ ਨਹੀਂ ਹਾਂ ਕਿ ਸਾਡੇ ਕੋਲ ਅੱਜ ਮਿਨਿਸਟਰ ਸਾਹਿਬ ਬੈਠੇ ਨੇ ਤਾਂ ਅਸੀਂ ਲਾਜ਼ਮੀ ਉਹਦਾ ਸ਼ੁਕਰੀਆ ਅਦਾ ਕਰਦੇ ਹਾਂ, ਬਲਕਿ ਉਹਨਾਂ ਦਾ ਨਜ਼ਰ ਆ ਰਹੀ ਹੈ ਸੀਐਮ ਪੰਜਾਬ ਦੀ ਕਿ ਇਸ ਤੋਂ ਪਹਿਲੇ ਕੋਈ ਸੀਐਮ ਪੰਜਾਬ ਐਸਾ ਨਹੀਂ ਹੈ ਜਿਨੇ ਪੰਜਾਬ ਦੀ ਗੱਲ ਇਸ ਹੱਦ ਤੱਕ ਕੀਤੀ ਹੋਵੇ, ਪੰਜਾਬੀ ਦੀ ਗੱਲ ਇਸ ਹੱਦ ਤੱਕ ਕੀਤੀ ਹੋਵੇ। ਜੇਕਰ ਹੁਣ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਗੱਲ ਇਸ ਤੋਂ ਅੱਗੇ ਵਧੇ, ਪੰਜਾਬ ਪੂਰੇ ਪੰਜਾਬ ਦੇ ਅੰਦਰ ਪੰਜਾਬੀ ਬੋਲੀ ਦਾ ਨਿਫਾਜ਼ ਹੋਵੇ, ਔਰ ਪੰਜਾਬੀ ਬੋਲੀ ਦਾ ਜਦੋਂ ਨਿਫਾਜ਼ ਹੁੰਦਾ ਹੈ ਤੇ ਪੰਜਾਬੀ ਆਪਣੀ ਸੋਚ ਦੀ ਰਾਹ ਬਣ ਪੈਣਗੇ, ਪੰਜਾਬੀ ਉਸ ਸੋਚ ਤੋਂ ਅੱਗੇ ਨਿਕਲਣਗੇ ਜਿਸ ਸੋਚ ਨੇ ਉਹਨਾਂ ਨੂੰ ਪੂਰਾ ਇਨਸਾਨ ਬਣਨ ਤੋਂ ਰੋਕਦਾ ਹੋਵੇ। ਮੈਂ ਅੱਜ ਇੱਥੇ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ, ਸ਼ੁਕਰਾਨਾ ਅਦਾ ਕਰਦਾ ਜਿਹੜੇ ਪਹਿਲੀ ਕਾਨਫਰੰਸ ਦੇ ਵਿੱਚ ਸਾਡੇ ਨਾਲ ਖੜੇ ਸਨ, ਡਾਕਟਰ ਗੁਰਪ੍ਰੀਤ ਦੁੱਗਾ ਜੀ, ਅਸ਼ੋਕ ਗੌਰਾ ਜੀ, ਡਾਕਟਰ ਸੁਰਿੰਦਰ ਜੀ, ਔਰ ਦੂਸਰੀ ਕਾਨਫਰੰਸ ਦੇ ਵਿੱਚ ਵੀ ਸਾਡੇ ਨਾਲ ਖੜੇ ਸਨ। ਲੇਕਿਨ ਇੱਕ ਦੁਖਾਂਤ ਇਹ ਵੀ ਹੈ ਕਿ ਤੀਸਰੀ ਕਾਨਫਰੰਸ ਦੇ ਵਿੱਚ ਸਾਡੇ ਨਾਲ ਨਹੀਂ ਖੜੇ। ਸੋ ਅਸੀਂ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ ਕਿ ਉਹਦੇ ਪਿੱਛੇ ਕਿਹੜੇ ਫੈਕਟਰ ਹੈ। ਉਹਦੇ ਪਿੱਛੇ ਉਹ ਡਰ ਔਰ ਖੌਫ ਹੈ ਜਿਹੜਾ 47 ਤੋਂ ਲੈ ਕੇ ਹੁਣ ਤੱਕ ਪੰਜਾਬੀਆਂ ਦੇ ਸਿਰ ਤੇ ਮੁਸੱਲਤ ਹੈ। ਪੰਜਾਬੀ ਵਾਗੇ ਦੇ ਉਸ ਪਾਰ ਦੇ ਹੋਣ ਜਾਂ ਇਸ ਪਾਰ ਦੇ ਹੋਣ, ਇੱਕ ਖੌਫ ਦੇ ਵਿੱਚ ਜ਼ਿੰਦਗੀ ਜੀਤ ਹੈ। ਸੋ ਜਿਹੜੀਆਂ ਮੈਂ ਬਗੈਰ ਨਾਮ ਲਵੇ ਉਸ ਸਾਈਡ ਦੀਆਂ ਤਾਕਤਾਂ, ਇਸ ਸਾਈਡ ਦੀਆਂ ਤਾਕਤਾਂ, ਮੈਂ ਇੱਕੋ ਹੀ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪੰਜਾਬੀਆਂ ਦੇ ਲਾਂਘੇ ਸੌਖੇ ਕਰ ਦਿਓ। ਪੰਜਾਬੀ ਇਸ ਕਿੱਤੇ ਨੂੰ ਖੁਸ਼ਹਾਲ ਬਣਾ ਦੇਣਗੇ, ਇਸ ਕਿੱਤੇ ਨੂੰ ਪੁਰਅਮਨ ਬਣਾ ਦੇਣਗੇ। ਇਸ ਤੋਂ ਇਲਾਵਾ ਜੰਗਾਂ ਜੇ ਤੇ ਜੰਗਾਂ ਸਾਨੂੰ ਕੁਝ ਨਹੀਂ ਦੇਣਗੇ, ਜੰਗਾਂ ਸਿਰਫ ਬਰਬਾਦੀ ਦੇਣਗੇ। ਪੰਜਾਬੀਆਂ ਦਾ ਆਪਸੀ ਮੇਲ ਵਰਤਨ ਇਹ ਇੱਕ ਦਿਨ ਇਸ ਕਿੱਤੇ ਦੇ ਵਿੱਚ ਬਹੁਤ ਵੱਡਾ ਚੇਂਜ ਲਿਆਏਗਾ, ਇਸ ਤੋਂ ਇਲਾਵਾ ਹੋਰ ਕੋਈ ਚੇਂਜ ਨਹੀਂ ਆ ਸਕਦਾ। ਔਰ ਮੈਂ ਜਿਹੜੇ ਸਾਡੇ ਖਾਸ ਲੋਕ ਜਿਹੜੇ ਪਿਛਲੇ 3 ਮਹੀਨੇ ਤੋਂ ਸਾਡੇ ਨਾਲ ਜੁੜੇ ਰਹੇ ਲੋਕ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਹਾਂ। ਔਰ ਅੱਜ ਜਿਹੜੇ ਇੱਥੇ ਲੋਕ ਆ ਕੇ ਬੈਠੇ, ਸ਼ਾਇਦ ਮੈਂ ਇੱਕ ਦਾ ਨਾਮ ਨਾ ਲੈ ਸਕਾਂ, ਲੇਕਿਨ ਮੈਂ ਇੱਕ ਮਾਂ ਜੀ ਦਾ ਨਾਮ ਲਾਜ਼ਮੀ ਲਵਾਂਗਾ, ਪਰਸ਼ੋਤਮ ਕੌਰ, ਜਿਨ੍ਹਾਂ ਦੀ ਉਮਰ 80 ਸਾਲ ਹੈ, ਔਰ ਇੱਥੇ ਆ ਕੇ ਬੈਠੇ ਕਿਸ ਲਈ ਬੈਠੇ, ਸਿਰਫ ਪੰਜਾਬੀ ਨੇ। ਤੇ ਲਹਿੰਦੇ ਪੰਜਾਬ ਦੀਆਂ ਸਵਾਲੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬੀ ਕਿਤਨੀ ਅਹਿਮ ਹੈ ਕਿ 80 ਸਾਲ ਦੀ ਖਤੂਨ ਇਸ ਦੀ ਇੰਪੋਰਟੈਂਸ ਨੂੰ ਜਾਣਦੇ ਆਸਟ੍ਰੇਲੀਆ ਦੇ ਉੱਤੇ ਬੈਠੀ ਹੈ। ਇੱਥੇ ਜਸਵੰਤ ਸਿੰਘ ਸਾਹਿਬ ਗਿੱਲ ਸਾਹਿਬ ਬੈਠੇ,
ਜਿਹੜੇ ਰਿਟਾਇਰਡ ਪ੍ਰਿੰਸੀਪਲ ਆਪਣਾ ਲੁਧਿਆਣਾ ਕਾਲਜ ਦੇ ਸਾਡੇ ਨਾਲ ਬੈਠੇ ਇੱਕ ਲੰਬੀ ਮਤਲਬ ਕਿ ਸਾਡੇ ਕੋਲ ਅਸੀਂ ਖੁਸ਼ਕਿਸਮਤ ਆ ਕਿ ਸਾਰੇ ਖੌਫ ਦੇ ਬਾਵਜੂਦ ਸਾਡੇ ਕੋਲ ਕੋਈ 23 ਲੋਕ ਇਸ ਵੇਲੇ ਸਾਡੇ ਨਾਲ ਬੈਠੇ ਨੇ ਔਰ ਮੈਂ ਇੱਕ ਜੀ ਦਾ ਨਾਮ ਲਵਾਂਗਾ ਤੇ ਗੱਲ ਲੰਬੀ ਹੋ ਜਾਏਗੀ। ਮੈਂ ਤੁਹਾਡੇ ਸਭ ਦਾ ਦਿਲੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਹ ਸਾਡੇ ਨਾਲ ਬੈਠੇ ਹੋ ਔਰ ਖਾਸ ਨਾਸਰ ਢਿੱਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਮੇਰੀ ਇਹ ਖਾਹਿਸ਼ ਸੀ ਕਿ ਪੰਜਾਬੀ ਦੇ ਨਾਲ ਇਸ ਲਹਿਰ ਦੇ ਨਾਲ ਕੁਝ ਐਸੇ ਜਵਾਨ ਮਿਲਣ ਜਿਹੜੇ ਇੰਨਾ ਛੇਤੀ ਛੱਟਾ ਦੇਵਣ ਪੂਰੇ ਪੰਜਾਬ ਦੇ ਵਿੱਚ ਕਿ ਮੈਸੇਜ ਅੱਪੜ ਜਾਵੇ ਤੇ ਸਲਾਮ ਹੈ ਤੁਹਾਡੇ ਜੰਮਣ ਵਾਲੇ ਨੂੰ ਜਿਹਨੇ ਤੁਹਾਨੂੰ ਜੰਮਿਆ ਔਰ ਤੁਸੀਂ ਨਾਲ ਖੜੇ ਹੋਏ ਔਰ ਇਸ ਪੰਜਾਬ ਨੂੰ ਪੰਜਾਬੀ ਦੀ ਗੱਲ ਕਰਦੇ ਰਾਣਾ ਸਿਕੰਦਰ ਸਾਹਿਬ ਦਾ ਇੱਕ ਵਾਰੀ ਹੋਰ ਸ਼ੁਕਰੀਆ ਔਰ ਕਰਨ ਤੇ ਆਏ ਬੰਦਾ ਤੇ ਕਰ ਜਾਂਦਾ ਹੈ ਜੋ ਖਾਇਸ਼ ਸੀ ਕਿ ਪੰਜਾਬੀ ਦੇ ਵੱਡੇ ਇਵੈਂਟ ਹੋਣ ਅੱਜ ਉਹ ਪੰਜਾਬੀ ਦੇ ਇਵੈਂਟ ਹੋ ਰਹੇ ਬਾਬਾ ਨਜਮੀ ਸਾਹਿਬ ਬੈਠੇ ਤਾਰਕ ਜਨਾਰਾ ਸਾਹਿਬ ਬੈਠੇ ਸਾਡੇ ਸਿਰ ਦਾ ਮਾਣ ਦੀਪ ਸੈਦਾ ਜੀ ਬੈਠੇ ਤਾਂ ਬਾਬਾ ਨਜਮੀ ਜੀ ਦੇ ਸ਼ੇਰ ਦੇ ਨਾਲ ਮੈਂ ਆਪਣੀ ਗੱਲ ਦਾ ਇਖਤਤਾਮ ਕਰਾਂਗਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਤੇ ਉਕਣ ਵਾਲੇ ਲੋਕ ਕਰਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਹਰ ਸਟੈਪ ਤੇ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬੀ ਪ੍ਰਚਾਰ ਆ ਤੇ ਤੁਸੀਂ ਬਿਲਾਲ ਤੋਂ ਤੁਸੀਂ ਪੰਜਾਬੀ ਲਹਿਰ ਹੋ ਜਾਂ ਅਸੀਂ ਬਿਲਾਲ ਤੋਂ ਇੱਕ ਹੀ ਟੀਮ ਲੱਗਦੀ ਹੈ ਔਰ ਤੁਹਾਡੀ ਪੂਰੀ ਟੀਮ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ। ਪੰਜਾਬੀ शुक्रिया फरीद कहना है पंज रुकन इस्लाम दे ते छेवां फरीदा टुक पंज रुकन इस्लाम दे ते छेवां फरीदा टुक जेना लब्बे छेवां ते पंजे जांदे मैं दोबारा ताड़े गोश गुजार करना चाहनी हां कि पंज रुकन इस्लाम दे ते छेवां फरीदा टुक हां जी जेना लब्बे छेवां ते पंजे जांदे मुक वाह वाह पंजाबी नू माच दे नाल जोड़ दियो साडे टुक दा वसीला बनेगा ए नौजवान जेड़े ने इन्हां नू रोजगार लभेगा ਤੇ ਫਿਰ ਤੁਸੀਂ ਦੇਖੋ ਕਿ ਮੁਲਕ ਵੀ ਤਰੱਕੀ ਕਰੇਗਾ। ਹੁਣ ਮੈਂ ਸਾਡਾ ਮਾਨ ਪੰਜਾਬੀ ਲਹਿਰ ਦੇ CEO ਕਹਿ ਲਓ ਜੋ ਵੀ ਕਹੋ ਪ੍ਰਧਾਨ ਨੇ ਅਸੀਂ ਉਹਨਾਂ ਨੂੰ ਦਾਅਵਤ ਦਿੰਦੇ ਹਾਂ ਕਿ ਉਹ ਇੱਥੇ ਆਉਣ ਤੇ ਸਾਡੇ ਨਾਲ ਆਪਣੇ ਗੱਲ ਸਾਂਝੀ ਕਰਨ। ਨਾਸਿਰ ਢਿੱਲੋਂ ਜੀ अस्सलामुअलैकुम पहले बहुत शुक्रिया सारी जिन्ने भी साढ़े को पूरे पंजाब तो अमेरिका कैनेडा तो सारे लोग पहुंचे ने उन्होंने दा दिलों शुक्रिया सारियां दा इस वारी जिवें पिछली कॉन्फ्रेंस सी उस कॉन्फ्रेंस विच इंडिया तो बहुत सारे लोग आए सन इस वारी अनफॉर्चुनेटली वो चैप्टर क्लोज है ते होपफुली आने वाले टाइम अगले विच अगले सालां दे विच जो असीं इस तरह विचार करांगे वो भी लोग साडे दोबारा रल चलणगे वो सांझा दी जिहड़ी लड़ी सी जिहड़ी आपां परोई सी वो दोबारा तो फिर उस तरह ही होएगी। तो ਅਸੀਂ ਸਾਰੇ ਨਹੀਂ ਚਾਹੁੰਦੇ ਕਿ ਹੋਵੇ ਕਲੈਸ਼ ਹੋਵੇ ਜੰਗ ਹੋਵੇ ਵਾਰ ਹੋਵੇ ਪਿਆਰ ਮੁਹੱਬਤ ਦੇ ਨਾਲ ਜਿਵੇਂ ਪੂਰੀ ਦੁਨੀਆ ਤੇ ਲੋਕ ਰਹਿੰਦੇ ਨੇ ਇਸ ਤਰ੍ਹਾਂ ਪੜੀਏ ਜਿਵੇਂ ਗਿਲ ਸਾਹਿਬ ਹੁਣੀ ਮਨਜੋਤ ਹੁਣੀ ਯੂਕੇ ਤੋਂ ਸਾਡੇ ਨਾਲ ਸਰਨਜੀਤ ਹੁਣੀ ਹੋਰ ਆਸਟ੍ਰੇਲੀਆ ਤੋਂ ਇਹਨਾਂ ਸਾਰਿਆਂ ਦਾ ਸ਼ੁਕਰੀਆ ਤੇ ਮੈਂ ਸਾਰਿਆਂ ਨੂੰ ਗੱਲ ਤੋਂ ਬਾਅਦ ਬੜਾ ਸਭ ਤੁਹਾਡੇ ਕੋਲ ਐਜੂਕੇਸ਼ਨ ਮਿਨਿਸਟਰ ਇਹਨਾਂ ਦਾ ਸ਼ੁਕਰੀਆ ਅਸੀਂ ਇਹਨਾਂ ਨਾਲ ਪਿਛਲੇ ਸਾਲਾਂ ਤੋਂ ਲੱਗੇ ਸਾਂ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਜਿਹਨੂੰ ਅਸੀਂ ਆਮ ਲਫ਼ਜ਼ਾਂ ਚ ਕਹੀਏ ਵੀ ਘਰੋਂ ਕੱਢਿਆ ਤੇ ਜਿਹਨੂੰ ਘਰ ਵਾਪਸ ਲੈ ਜਾਈਏ ਇਹਨਾਂ ਦੀ ਐਫਰਟ ਸਾਰਿਆਂ ਨਾਲ ਵਧੀਆ ਇਹਨਾਂ ਨੇ ਸਾਡਾ ਮੈਂ ਨਹੀਂ ਇਹ ਇਸ ਨੂੰ ਦਾ ਕ੍ਰੈਡਿਟ ਲੈਂਦਾ ਵੀ ਸਿਰਫ ਮੇਰੀ ਗੱਲ ਹੈ ਇਹ ਕਲਿਆਣ ਸਿੰਘ ਹੋਣੀ ਬੇਟੇ ਨੇ ਅਮਲ ਹੋਣੀ ਨੇ ਵੀ ਅਬਦੁਲ ਰਸ਼ੀਦ ਸਾਹਿਬ ਨੇ ਹਸਨੈਨ ਭਾਈ ਨੇ ਹੋਰ ਜਿੰਨੇ ਵੀ ਸਾਡੇ ਪੰਜਾਬੀ ਲਈ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੀ ਆਵਾਜ਼ ਹੈ ਉਹਨਾਂ ਸਾਰਿਆਂ ਦੀ ਕੋਸ਼ਿਸ਼ ਹੈ जिन्हें एक किते तहरीर भी लिखी है फेसबुक ते सोशल मीडिया ते किते किसी भी प्लेटफॉर्म ते गल भी कीती है साडे कोल देखो जेडे बड़े साडे बुजुर्ग सन जेडे पंजाबी ਲਈ ਕੰਮ ਕਰਦੇ ਨੇ ਉਸ ਦੌਰ ਦੇ ਵਿੱਚ ਜਦੋਂ ਸੋਸ਼ਲ ਮੀਡੀਆ ਸੀ ਉਹਨਾਂ ਸੇ ਸੋਸ਼ਲ ਮੀਡੀਆ ਦੇ ਮੀਡੀਅਮ ਦੇ ਨਾਲ ਬਹੁਤ ਸਾਰੇ ਲੋਕਾਂ ਤੱਕ ਲਿਟਰ ਮਿੰਟ ਪਹੁੰਚ ਜਾਂਦੇ ਉਦੋਂ ਬੜਾ ਔਖਾ ਸੀ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇੱਥੋਂ ਤੱਕ ਅਸੀਂ ਸਾਨੂੰ ਲੈ ਕੇ ਆਏ ਕਿ ਸਾਡੇ ਤੱਕ ਜਿਹੜੀ ਉਹ ਜਾਗ ਲਾਈ ਹੈ ਕਿ ਅਸੀਂ ਪੰਜਾਬੀ ਦੀ ਪੰਜਾਬ ਦੀ ਜਿਹੜੀ ਉਹ ਗੱਲ ਕਰੀਏ ਤੇ ਉਹਦੀ ਵਜ੍ਹਾ ਨਾਲ ਹੀ ਸਾਰਾ ਜਿਹੜਾ ਇਕੱਠ ਹੋਇਆ
ਸਿਕੰਦਰ ਸਾਹਿਬ ਤੋਂ ਬਾਅਦ ਮੈਂ ਖਾਸ ਤੌਰ ਤੇ ਸ਼ੁਕਰੀਆ ਅਦਾ ਕਰਾਂਗਾ ਸੀਐਮ ਪੰਜਾਬ ਮਰੀਮ ਨਵਾਜ਼ ਹੋਰਾਂ ਦਾ ਕਿ ਸਾਡੀ ਗੱਲ ਜਦੋਂ ਉਹਨਾਂ ਨੇ ਪਹੁੰਚਾਈ ਉੱਥੇ ਤੱਕ ਕਿ ਉਹਨਾਂ ਨੇ ਫੌਰਨ ਬਿਲਕੁਲ ਮੰਨਿਆ ਕਿ ਇਹਦੇ ਤੇ ਹੁਕਮ ਵੀ ਸਾਦਰ ਕਰ ਦਿੱਤਾ। ਤੇ ਅੱਗੋਂ ਰਾਣਾ ਸਾਹਿਬ ਨਾਲ ਗੱਲ ਹੋ ਰਹੀ ਸੀ ਕਿ ਜਿਹੜੇ ਐਕਸਪਰਟਸ ਨੇ ਉਹ ਇੱਥੇ ਬੈਠ ਕੇ ਤੇ ਫਿਰ ਇਹਦੇ ਫਰਦਰ ਫੈਸਲੇ ਵੀ ਕਿਵੇਂ ਕਰਿਕੂਲਮ ਕਿਸ ਤਰ੍ਹਾਂ ਡਿਜ਼ਾਈਨ ਕਰਨਾ, ਉਹਦੇ 'ਚ ਕੀ ਹੋਣਾ ਚਾਹੀਦਾ, ਕਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦਾ ਫੈਸਲਾ ਸਾਡੇ ਤੁਹਾਡੇ ਲੋਕਾਂ ਨੇ ਕਰਨਾ। ਇੱਕ ਵਾਰੀ ਗੱਲ ਸ਼ੁਰੂ ਹੋ ਜਾਏ, ਇੱਕ ਵਾਰੀ ਉਹ ਮਾਂ ਬੋਲੀ ਪੰਜਾਬੀ ਜਿਹੜੀ ਘਰੋਂ ਆਪਾਂ ਕੱਢ ਦਿੱਤੀ ਉਹ ਘਰ ਵੜ ਲਵੇ, ਉੱਥੇ ਫੈਸਲਾ ਆਪਾਂ ਫਿਰ ਕਰਾਂਗੇ ਵੀ ਮਾਂ ਤੇਰੀ ਆ ਕਿ ਮੇਰੀ। ਉਹ ਸਾਰਿਆਂ ਨੂੰ ਸਾਡੀ ਸਿੱਖ ਭਾਈਚਾਰਾ ਆਇਆ ਉਦੋਂ ਜਦੋਂ ਫਲੱਡ ਆਇਆ ਸੀ ਉਦੋਂ ਵਿਦਨ ਇੱਕੋ ਦਿਨ ਦੇ ਵਿੱਚ ਉਹਨਾਂ ਨੇ ਸਾਰਾ ਕਰਵਾ ਕੇ ਫਿਰ ਆਪਰੇਸ਼ਨ ਕੀਤਾ, ਸਫਾਈ ਕਰਵਾ ਕੇ। ਅਸੀਂ ਕਿਸੇ ਵੀ ਗਵਰਨਮੈਂਟ ਨੂੰ, ਕਿਸੇ ਵੀ ਕੋਈ ਵੀ ਸਰਕਾਰ ਆ, ਅਸੀਂ ਜਿਹੜਾ ਚੰਗਾ ਕੰਮ ਕਰਦੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ। ਇਹ ਨਾ ਕਿ ਆਪਾਂ ਆਖੀਏ ਵੀ ਮੈਂ ਜਦੋਂ ਕੋਈ ਕੋਸ਼ਿਸ਼ ਕਰਾਂ ਕਿ ਇਹ ਫਲਾਣੀ ਜਮਾਤ ਦਾ ਜਾਂ ਫਲਾਣੀ ਦਾ ਨਹੀਂ, ਜਿਹੜਾ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਹੋ, ਜਿਹੜਾ ਨਹੀਂ ਚੰਗਾ ਕਰਦਾ ਉਹਨੂੰ ਮਾੜਾ ਕਹੋ। ਇਹ ਤਾਂ ਸਾਡਾ ਸਾਰਿਆਂ ਦਾ ਅਖਲਾਕੀ ਜਿਹੜਾ ਫਰਜ਼ ਹੀ ਬਣਦਾ। ਤੇ ਉਸ ਤੋਂ ਬਾਅਦ ਜਿੰਨੇ ਵੀ ਦੋਸਤ ਆਏ ਨੇ ਇਹਨਾਂ ਦਾ ਦਿਲੋਂ ਫੇਰ ਸ਼ੁਕਰੀਆ। ਜਿਵੇਂ ਹੁਣੇ ਕਹਿ ਸੀ ਵੀ ਰੋਜ਼ਗਾਰ ਦੇ ਨਾਲ ਜੋੜਨਾ, ਰੋਜ਼ਗਾਰ ਦੇ ਨਾਲ ਜੋੜਨਾ ਇੰਨਾ ਜ਼ਰੂਰੀ ਆ। ਮਤਲਬ ਵੀ ਜਦੋਂ ਅਸੀਂ ਬੱਚਿਆਂ ਨੂੰ ਪ੍ਰਾਇਮਰੀ ਦੇ ਵਿੱਚ ਪੜ੍ਹਾਵਾਂਗੇ ਸਕੂਲਾਂ ਦੇ ਵਿੱਚ, ਆਟੋਮੈਟਿਕ ਰੋਜ਼ਗਾਰ ਨਾਲ ਲੋਕ ਜੁੜ ਜਾਣਗੇ, ਉਹ ਸੀਟਾਂ ਕ੍ਰੀਏਟ ਹੋਣਗੀਆਂ। ਸਾਰਿਆਂ ਨਾਲ ਸੌਖਾ ਇੱਕ ਮੈਂ ਤੁਹਾਨੂੰ ਦੱਸਦਾ, ਇਹਦੇ ਵਿੱਚ ਅਗਲੇ ਦਿਨ ਗੱਲ ਹੋਣੀ ਸੀ ਕਿ ਤੁਹਾਡੇ ਨਾਲ ਜਿਹੜੇ ਅਸੀਂ ਪਿੰਡਾਂ ਦੇ ਲੋਕ ਆ ਜਿਹੜੇ ਪੰਜਾਬੀ ਬੋਲਣ ਵਾਲੇ, ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜੋ ਬੋਲਦੇ ਆ, ਜੇ ਤੁਹਾਡਾ ਕਾਰਪੋਰੇਟ ਸੈਕਟਰ ਤੁਹਾਡੇ ਨਾਲ ਇੰਟਰੈਕਟ ਹੁੰਦਾ ਕਿ ਉਹ ਜੇ ਆਪਾਂ ਜ਼ਿਮੀਂਦਾਰ ਆ, ਸਾਡੇ ਨਾਲ ਪੈਸਟੀਸਾਈਡ ਵਾਲੇ ਹੁੰਦੇ ਆ, ਕੰਟੈਕਟ ਕਰਦੇ ਆ, ਫਿਰ ਸਪਰੇਆਂ ਵਾਲੇ, ਫਿਰ ਡੇਅਰੀ ਫਾਰਮ ਵਾਲੇ, ਜਦੋਂ ਤੁਹਾਡਾ ਉਹਨਾਂ ਦਾ ਰਿਪਰੈਜ਼ੈਂਟੇਟਿਵ ਤੁਹਾਡਾ ਗੱਲ ਕਰਦਾ ਤੇ ਤੁਸੀਂ ਉਹਨੂੰ ਕਹੋ ਕਿ ਸਾਡੇ ਨਾਲ ਕਰੋ ਪੰਜਾਬੀ 'ਚ ਗੱਲ, ਤੇ ਸਾਨੂੰ ਨਹੀਂ ਸਮਝ ਆਉਂਦੀ। ਇਹ ਵਾਕਈ ਗੱਲ ਹੈ ਕਿ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜਿਹੜੇ ਆ, ਜਦੋਂ ਕਿਸੇ ਡਾਕਟਰ ਕੋਲ ਜਾਂਦੇ ਉਹਨਾਂ ਨੂੰ ਆਪਣੀ ਬਿਮਾਰੀ ਦੱਸਣ ਲੱਗਿਆ ਪਰੇਸ਼ਾਨੀ ਹੁੰਦੀ ਹੈ ਵੀ ਡਾਕਟਰ ਨੂੰ ਸਮਝ ਨਹੀਂ ਆਉਂਦੀ ਵੀ ਇਹ ਦੱਸਣ ਕੀ ਡੇ। ਜਦੋਂ ਆਪਣੀ ਲੈਂਗੁਏਜ ਦੇ ਵਿੱਚ ਰਹਿ ਕੇ ਦੱਸਦੇ ਵੀ ਮੈਨੂੰ ਆਹ ਬਿਮਾਰੀ ਦੀ ਫੇਰ ਸਮਝ ਲੱਗਦੀ। ਸੋ ਮੈਨੂੰ ਲੱਗਦਾ ਵੀ ਇਹ ਸਾਡਾ ਵੀ ਇਹਦੇ 'ਚ ਕਿਰਦਾਰ ਹੋਣਾ ਚਾਹੀਦਾ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਮਤਲਬ ਵੀ ਬੈਂਕ ਆਫ ਪੰਜਾਬ ਸਾਡਾ ਕਰਦਾ ਸਾਡੇ ਜ਼ਿਮੀਂਦਾਰਾਂ ਨਾਲ ਵੀ ਟਰੈਕਟਰ ਜਿਹੜੇ ਆ ਜਾਂ ਲੋਨ ਲੈਣਾ ਜਾਂ ਦੇਣਾ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਤਾਂ ਨਹੀਂ ਆਉਂਦੀ, ਉਰਦੂ ਨਹੀਂ ਆਉਂਦੀ, ਨਾ ਇੰਗਲਿਸ਼ ਆਉਂਦੀ ਹੈ। ਤੁਸੀਂ ਇਸ ਤਰ੍ਹਾਂ ਦੇ ਪੰਜਾਬੀ ਬੋਲਣ ਵਾਲੇ ਆਪਣੇ ਜਿਹੜੇ ਮੈਨੇਜਰ ਨੇ ਜਾਂ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਹਾਇਰ ਕਰੋ, ਕਿਉਂ ਨਾ ਰੋਜ਼ਗਾਰ ਕ੍ਰੀਏਟ ਹੋਏਗਾ। ਜਦੋਂ ਸਕੂਲਾਂ 'ਚ ਪੰਜਾਬੀ ਆਏਗੀ ਕਿਉਂ ਨਾ ਟੀਚਰ ਹੋਣਗੇ। ਹਰ ਸੂਬੇ ਦੇ ਵਿੱਚ ਹਰ ਪਾਸੇ ਸਾਰਾ ਕੁਝ ਹੋ ਸਕਦਾ, ਬੰਦਾ ਕਰਨ ਵਾਲਾ ਹੋਣਾ ਚਾਹੀਦਾ। ਸੋ ਕਹਿਣ ਵਾਲੇ ਲੋਕ ਜਿਹੜੇ ਸਾਡੇ ਕੋਲ ਵਿੱਚ ਉਹਨਾਂ ਦਾ ਫੇਰ ਮੈਂ ਸ਼ੁਕਰੀਆ ਅਦਾ ਕਰਾਂਗਾ ਜਿੰਨੇ ਵੀ ਲੋਕ ਪੂਰੇ ਪੰਜਾਬ ਤੋਂ ਸਾਡੇ ਕੋਲ ਆਏ। ਸੋ ਇਸ ਵਾਰੀ ਆਪਾਂ ਮਿਹਨਤ ਪੂਰੀ ਕੀਤੀ ਸੀ ਵੀ ਅਸੀਂ ਪਿੰਡ ਵਿੱਚ ਸ਼ਹਿਰ ਗਏ ਸਨ ਤਾਂ ਕਿ ਸਾਰੇ ਲੋਕਾਂ ਨੂੰ ਆਪਾਂ ਸੱਦ ਸਕੀਏ, ਪਲੇਟਫਾਰਮ ਤੇ ਇਕੱਠੇ ਕਰ ਸਕੀਏ ਤੇ ਇੱਕ ਪੰਜਾਬੀ ਹੋ ਕੇ ਆਪਣੀ ਆਵਾਜ਼ ਬਣ ਕੇ ਤੇ ਜਿਹੜੇ ਸਾਡੇ ਪੋਲੀਟਿਕਸ ਨੇ ਉਹਨਾਂ ਤੱਕ ਆਵਾਜ਼ ਜਿਹੜੀ ਉਹ ਬਿਹਤਰ ਤਰੀਕੇ ਨਾਲ ਪਹੁੰਚਾ ਸਕੀਏ। ਸਾਰਿਆਂ ਦਾ ਦਿਲੋਂ ਸ਼ੁਕਰੀਆ। ਤੁਸੀਂ ਸਾਰੇ ਇੱਥੇ ਰਾਣਾ ਸਾਹਿਬ ਤੁਹਾਡਾ ਦਿਲੋਂ ਮਸ਼ਹੂਰ ਆ। ਸਾਡੇ ਹੋਰ ਬਹੁਤ ਸਾਰੇ ਦੋਸਤ ਖਰੂ ਫਾਊਂਡੇਸ਼ਨ ਵਾਲੇ, ਚੀਮਾ ਵਾਲੀ, ਅਜਾਜ਼ ਭਾਈ ਫੇਰ ਡੀਲ ਵਾਲੇ, ਪ੍ਰੈਸ ਵਾਲੀ, ਸਾਡੇ ਨਾਲ ਦੋ ਤਿੰਨ ਜਿਹੜੇ ਕਾਰਪੋਰੇਟ ਸੈਕਟਰ ਦੇ ਲੋਕ ਉਹ ਵੀ ਸਾਡੇ ਨਾਲ ਬਾਹਰ ਦਿੱਲੀ ਬਣੇ ਇਸ ਸਾਡੀ ਕਾਜ਼ ਦੇ ਵਿੱਚ। ਉਹਨਾਂ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਜੀ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਉਹਨਾਂ ਨੇ ਦੱਸਿਆ ਹੈ ਕਿ ਮੁਆਸ਼ਰਾ ਬੜਾ ਜ਼ਰੂਰੀ ਹੈ ਔਰ ਜਦੋਂ ਤੁਹਾਡੀ ਉਹਦੇ ਫਿਕਰ ਲਗਭਗ ਲੱਭ ਜਾਵੇ ਤੇ ਤੋਂ ਵਧੀਆ ਗੱਲ ਹੋ ਸਕਦੀ। ਮਿੱਤਰਾਂ ਦੀ ਮਜਮਾਣੀ ਖਾਤਰ, ਮਿੱਤਰਾਂ ਦੀ ਮਜਮਾਣੀ ਖਾਤਰ ਦਿੰਦਾ ਲਹੂ ਛਾਣੀ ਦਾ, ਕੱਢ ਕਲੇਜਾ ਕੀਤਮ ਬੇਰੇ सो भी लायक नहीं तेरे, और तौफीक नहीं कुछ मेरे, पियो कटोरा पानी दा, मित्रां दी मजमाणी खातर दिल दा लहू छाणी। असी पंजाबी मेजबानी करन ते आईए ते दिल दा लहू भी जड़ा है वो प्याले च करके पेश करने हो। मैं स्टेज ते दावत देंगी साडे एजुकेशन मिनिस्टर राणा सिकंदर हयात होना नु कि आन ते ਸਾਡੇ ਨਾਲ ਆਪਣੇ ਮਾਂ ਦੀ ਬਹੁਤ ਸਾਂਝੀ ਕਰਦਾ। ਰਾਣਾ ਸਿਕੰਦਰ ਜੀ ਦੋਸਤਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ,
ਖਾਸ ਤੌਰ ਤੇ ਸਾਰੀ ਦੁਨੀਆ ਤੋਂ ਆਏ ਹੋਏ ਮਹਿਮਾਨਾਂ ਨੂੰ ਜਿਹੜੀ ਇਸ ਖਿੱਤੇ ਦੀ ਪਹਿਚਾਣ ਵਾਸਤੇ ਔਰ ਨਾਲ ਜਿਹੜਾ ਸਫ਼ਰ ਮੁਸ਼ਕਿਲ ਸਫ਼ਰ ਹੈ मैं समझना कोई भी हो जुबान कल्चर हेरिटेज साढ़े पास च नहीं सी ਅਸੀਂ ਜਾ ਕੇ ਵੇਖੀਏ ਕਿ ਸਾਡੇ ਦਾਦਾ ਜੀ ਕਿੱਥੇ ਰਹਿੰਦੇ ਸੀ ਗੱਲ ਸਿਰਫ ਕਲਚਰ ਦੀ ਨਹੀਂ ਉਸ ਹੈਰੀਟੇਜ ਨੂੰ ਪ੍ਰੀਜ਼ਰਵ ਕਰਨ ਦੀ ਅਸੀਂ ਜਾ ਕੇ ਵੇਖੀਏ ਮੇਰੇ ਪੜਨਾਨਾ ਪਾਕਿਸਤਾਨ ਆਪਣੇ ਬੱਚਿਆਂ ਨੂੰ ਭੇਜ ਦਿੱਤਾ ਉੱਥੇ ਹੀ ਰਹੇ ਔਰ 60s 'ਚ ਉਹਨਾਂ ਦੀ ਡੈਥ ਹੋਈ ਅਸੀਂ ਜਾ ਕੇ ਵੇਖੀਏ ਕਿ ਉਹ ਘਰ ਕੈਸੇ ਸੀ ਉਹ ਲੋਕ ਕੌਣ ਨੇ ਉਹਨਾਂ ਦਾ ਆਣਾ ਜਾਣਾ ਤੇ ਹੈ ਸਭ ਤੋਂ ਪਹਿਲੀ ਤੇ ਮੇਰੀ ਇਹ ਦੁਆ ਹੈ ਔਰ ਖਾਲੀ ਇਹ ਹੀ ਨਹੀਂ ਕਿ ਇੰਡੀਆ ਦਾ ਬਾਰਡਰ ਖੁੱਲੇ ਦੁਨੀਆ ਦੇ ਸਾਰੇ ਬਾਰਡਰ ਆਮੀਨ ਅੱਜ ਜਦੋਂ ਬੜੀ ਬੜੀ ਖੂਬਸੂਰਤ ਅੰਗਰੇਜ਼ੀ ਕਾਨਫਰੰਸਾਂ ਹੁੰਦੀਆਂ ਨੇ ਤੁਸੀਂ ਯੂਨਾਈਟਿਡ ਨੇਸ਼ਨਸ ਦੀ ਕਰ ਲਓ ਤੁਸੀਂ ਯੂਨੈਸਕੋ ਦੀ ਕਰ ਲਓ G8 ਦੀ ਕਰ ਲਓ G5 ਮਤਲਬ ਐਨੀਥਿੰਗ ਜਿਹੜੀ ਤੁਸੀਂ ਅੱਜ ਗਲੋਬਲ ਦੁਨੀਆ ਦੀ ਗੱਲ ਕਰ ਰਹੇ ਹੋ ਗਲੋਬਲ ਸਿਟੀਜ਼ਨ ਗੱਲ ਕਰਦੇ ਹੋ ਫਿਰ ਉਹਦੇ ਵਿੱਚ ਸਾਡਾ ਵੀ ਹਿੱਸਾ ਹੈ ਔਰ ਸਾਰੇ ਮਮਾਲਿਕ ਨੂੰ ਸੋਚਣਾ ਚਾਹੀਦਾ ਕਿ ਕਾਬਲੀਅਤ ਦਾ ਵੀ ਕੋਈ ਦਰਵਾਜ਼ਾ ਨਹੀਂ ਕੈਨੇਡਾ ਚ ਵੀ ਉਹ ਅਮਰੀਕਾ ਚ ਵੀ ਖੂਬਸੂਰਤ ਗੱਲ ਕੀਤੀ ਹੈ ਹਿੰਦੂ ਸਾਹਿਬ ਨੇ ਕਿ ਜੇ ਕਰਨਾ ਚਾਹੇ ਤੇ ਬੰਦਾ ਕਰ ਲੈਂਦਾ ਕੀ ਕਹਿੰਦੇ ਨੇ ਕੀ ਹੁੰਦਾ ਹੈ ਕੁਝ ਨਹੀਂ ਹੁੰਦਾ ਕੀ ਹੋਏਗਾ ਕੀ ਹੋਏਗਾ ਹੋ ਨਹੀਂ ਜਾਂਦਾ ਕਰਨਾ ਪੈਂਦਾ ਹੈ ਇਸ਼ਕ ਸਮੁੰਦਰ ਕਰਨਾ ਪੈਂਦਾ ਹੈ ਇਸ ਸਮੁੰਦਰ ਮੈਂ ਫਿਰ ਸ਼ੁਕਰੀਆ ਅਦਾ ਕਰਨਾ ਮੈਂ ਸਾਰਿਆਂ ਦੀ ਵੀਡੀਓਜ਼ ਵੇਖਦਾ ਰਹਿਣਾ ਜਿਹੜੀ ਢਿੱਲੋਂ ਸਾਹਿਬ ਗੱਲ ਕਰ ਰਹੇ ਸੀ ਵੇਖੋ ਜਦੋਂ ਸੈਲਾਬ ਆਇਆ ਔਰ ਬੜੇ ਮੁਸ਼ਕਿਲ ਮਨਾਜ਼ਰ ਸਨ ਮੈਂ ਖੁਦ 15 ਦਿਨ ਸਾਲ ਪੰਜਾਬ ਵਿੱਚ ਰਿਹਾ ਤੁਸੀਂ ਯਕੀਨ ਕਰੋ ਕਿ ਤਿੰਨਾਂ ਦਰਿਆਵਾਂ 'ਚ ਸੈਲਾਬ ਫਿਰ ਉਹ ਸੈਲਾਬ ਨੇ ਇਹ ਨਹੀਂ ਵੇਖਿਆ ਕਿ ਇੰਡੀਅਨ ਪੰਜਾਬ ਕਿਹੜਾ ਤੇ ਪਾਕਿਸਤਾਨ ਕਿਹੜਾ ਇਸ ਵਾਸਤੇ ਉਹਦੇ 'ਚ ਵੀ ਢਿੱਲੋਂ ਸਾਹਿਬ ਦੀ ਜਿਹੜੀਆਂ ਐਫਰਟਸ ਹਨ ਔਰ ਜੋ ਕੁਝ ਇਨਸਾਨੀਅਤ ਵਾਸਤੇ ਉਹਨਾਂ ਨੇ ਕੀਤਾ ਮੈਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ ਔਰ ਨਾਲ ਹੀ ਨਾਲ ਜਿਵੇਂ ਕਰਤਾਰਪੁਰ ਦੀ ਗੱਲ ਤੁਸੀਂ ਇਹ ਦੇਖੋ ਅਸੀਂ ਜ਼ਰੂਰ ਆਪਣੀਆਂ ਮਸਜਿਦਾਂ ਦੀ ਵੀ ਸਫਾਈ ਕਰ ਰਹੇ ਸਾਂ ਆਪਣੀ ਮਸਜਿਦਾਂ ਵੀ ਬਚਾ ਰਹੇ ਸਾਂ ਪਰ ਜੋ ਸਾਡੇ ਆਇਨ ਦੇ ਹੁਕਮ ਹੈ ਸਾਡੀ ਵਜ਼ੀਰ ਆਲਾ ਨੇ ਪਾਸਦਾਰੀ ਕੀਤੀ ਹੈ ਔਰ ਇੱਕ ਦਿਨ ਚ ਕਰਤਾਰਪੁਰ ਦਾ ਪਾਣੀ ਕੱਢਿਆ ਸਾਰੀ ਮਸ਼ੀਨਰੀ ਲਾ ਕੇ ਇਹ ਤੇ ਫਿਰ ਕਿਉਂਕਿ ਮੈਂ ਬੁੱਲੇ ਸ਼ਾਹ ਦੀ ਧਰਤੀ ਨੂੰ ਵੀ ਔਰ क्या खूबसूरत अल्फाज ढाले मस्जिद ढाले मंदिर ढाले जो कुछ कहता एक किसी का दिल ना ढाली रब दिना ग्लोबल एफर्ट मेरे वालिद साहब ने बड़ी खूबसूरत डिस्कशन की है उन्होंने भी गल की कि पंजाबी ਨੂੰ ਇਕਨੋਮੀ ਨਾਲ ਜੋੜੋ ਇਹਦੇ ਉਹ ਮੌਕੇ ਪੈਦਾ ਕਰੋ ਤੁਸੀਂ ਤੇ ਮੈਂ ਐਫਰਟ ਕਰ ਸਕਦੇ ਆ ਓਪਰਚੁਨਿਟੀ ਦੇ ਸਕਦੇ ਆ ਪੰਜਾਬੀ ਦਾ ਪ੍ਰਚਾਰ ਕਰ ਸਕਦੇ ਆ ਜਿਸ ਤਰ੍ਹਾਂ ਬੱਚੇ ਬਾਹਰ ਮਿਲੇ ਉਹਨਾਂ ਨੂੰ ਕਿੰਨਾ ਸ਼ੌਕ ਸੀ ਇਸ ਗੱਲ 'ਚ ਵੀ ਕੋਈ ਦੋ ਰਾਏ ਨਹੀਂ ਵੀ ਸਾਰੇ ਉੱਥੇ ਗੱਲ ਕਰ ਰਹੇ ਸੀ ਅੱਜ ਗਲੋਬਲ ਦੁਨੀਆ 'ਚ ਇਹ ਕਿਹਾ ਜਾਏ ਅਸੀਂ ਬਸ ਗੈਰ ਦੀ ਜ਼ੁਬਾਨ ਚੰਗੀ ਸੇ ਖੌਫ ਤੇ ਔਰ ਬੜਾ ਮਾਣ ਹੈ ਕਿ ਉੱਥੇ ਜਿਸ ਦਾ ਆਰਡਰ ਸਾਡੇ ਬਲਜੀਤ ਚ ਹੈ ਤੋਂ ਦੀ ਸ਼ੁਕਰ ਹੈ ਪਾਕਿਸਤਾਨੀ ਸਰਕਾਰ